हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗਿਆਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਲੈਕਚਰਰ ਦੀ ਕਲਾਸ ਹੈ ਜਿਹੜੀ ਉਹ ਸਟਾਰਟ ਕਰੀ ਹੋਈ ਹੈ ਅਤੇ 1200 ਪੋਸਟਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਲੈਕਚਰਰ ਦੀਆਂ। ਸੋ ਭਾਗ 2 ਅਗਲੇ ਨਵੇਂ MCQ ਪ੍ਰਸ਼ਨ ਉੱਤਰ ਸਿਲੇਬਸ ਦੇ ਅਨੁਸਾਰ ਜੋ ਵੀ ਟੌਪਿਕ ਦੇ ਵਿੱਚੋਂ ਜਿੰਨੇ ਵੀ ਟੌਪਿਕ ਦੇ ਵਿੱਚੋਂ ਕੁਐਸਚਨ ਬਣਦੇ ਆ ਉਹ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਪਹਿਲਾ ਵਾਲਾ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜ਼ਰੂਰ ਰੀਡ ਕਰ ਲਿਓ। ਸੋ ਇਹ ਸੈਕਿੰਡ ਭਾਗ ਲੈ ਕੇ ਆਏ ਹਾਂ। ਜੋ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਆਲ 'ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਇਹ ਤੁਹਾਨੂੰ ਹਰ ਇੱਕ ਕਲਾਸ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਨਵੇਂ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 31 ਤੋਂ ਸਟਾਰਟ ਕਰਾਂਗੇ। ਧਰਮ ਜਾਂ ਮਜ਼ਹਬ ਦੇ ਆਧਾਰ 'ਤੇ ਉਹ ਕਿਹੜਾ ਇਤਿਹਾਸਕਾਰ ਸੀ ਜਿਸ ਨੇ ਪੰਜਾਬੀ ਸਾਹਿਤ ਦੀ ਕਾਲ ਵੰਡ ਕੀਤੀ ਸੀ। ਤਾਂ ਨੀਚੇ ਇਤਿਹਾਸਕਾਰਾਂ ਦੇ ਨਾਮ ਨੇ ਪਿਆਰਾ ਸਿੰਘ ਭੋਗਲ, ਬਨਾਰਸੀ ਦਾਸ ਜੈਨ, ਸੁਰਿੰਦਰ ਸਿੰਘ ਨਰੂਲਾ, ਜੀਤ ਸਿੰਘ ਸੀਤਲ। ਸੋ ਕਮੈਂਟ ਜ਼ਰੂਰ ਕਰ ਦਿਆ ਕਰੋ, ਗਲਤ ਹੋ ਜਾਏਗਾ ਕੋਈ ਗੱਲ ਨਹੀਂ, ਟਰਾਈ ਜ਼ਰੂਰ ਕਰਿਆ ਕਰੋ। ਤਾਂ ਧਰਮ ਜਾਂ ਮਜ਼ਹਬ ਦੇ ਆਧਾਰ 'ਤੇ ਪੰਜਾਬੀ ਸਾਹਿਤ ਦੀ ਕਾਲ ਵੰਡ ਸੀ ਜਿਹੜੀ ਉਹ ਬਨਾਰਸੀ ਦਾਸ ਜੈਨ ਨੇ ਕੀਤੀ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਨਿਰੋਲ ਪ੍ਰਸਿੱਧ ਸ਼ਖਸੀਅਤਾਂ ਦੇ ਆਧਾਰ 'ਤੇ ਕੀਤੀ ਕਾਲ ਵੰਡ ਹੈ ਜਿਹੜੀ ਉਹ ਕਿਸ ਦੀ ਹੈ। ਜਿਸ ਨੇ ਨਿਰੋਲ ਪ੍ਰਸਿੱਧ ਜੋ ਸ਼ਖਸੀਅਤ ਸੀ ਇਸ ਦੇ ਆਧਾਰ 'ਤੇ ਵੰਡ ਕੀਤੀ ਸੀ ਤਾਂ ਉਸ ਦਾ ਨਾਮ ਦੱਸਣਾ ਹੈ। ਤਾਂ ਉਹ ਨੇ ਆਪਸ਼ਨ ਈਡੀ ਪ੍ਰੋਫੈਸਰ ਗੁਰਚਰਨ ਸਿੰਘ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਦੀ ਮੁੱਢਲੀ ਇਤਿਹਾਸਕਾਰੀ ਕਿਸ ਪ੍ਰਵਿਰਤੀ ਦੀ ਹੈ। ਪ੍ਰਸ਼ੰਸਾਵਾਦੀ ਹੈ, ਵਿਗਿਆਨਕ, ਧਾਰਮਿਕ ਮੁਖੀ ਜਾਂ ਫਿਰ ਸੁਹਿਰਦ। ਤਾਂ ਪੰਜਾਬੀ ਸਾਹਿਤ ਦੀ ਮੁੱਢਲੀ ਇਤਿਹਾਸਕਾਰੀ ਹੈ ਜਿਹੜੀ ਉਹ ਪ੍ਰਸ਼ੰਸਾਵਾਦੀ ਹੈ, ਇਸ ਪ੍ਰਵਿਰਤੀ ਦੀ ਹੈ, ਯਾਨੀ ਕਿ ਪ੍ਰਸ਼ੰਸਾਵਾਦੀ ਪ੍ਰਵਿਰਤੀ ਦੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਬੰਬੀਹਾ ਬੋਲ ਪੁਸਤਕ ਕਿਸ ਦੀ ਹੈ ਜਾਂ ਕਿਸ ਦੁਆਰਾ ਲਿਖੀ ਗਈ ਹੈ ਜਾਂ ਇਸ ਦੇ ਰਾਈਟਰ ਕੌਣ ਨੇ। ਤਾਂ ਉਹਨੇ ਜੀ ਬਾਵਾ ਬੁੱਧ ਸਿੰਘ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਹੜਾ ਪੰਜਾਬੀ ਦਾ ਸਾਹਿਤ ਇਤਿਹਾਸਕਾਰੀ ਨੂੰ ਸੁਹਿਰਦ ਆਲੋਚਨਾ ਤੱਕ ਪਹੁੰਚਾਉਂਦਾ ਹੈ। ਡਾਕਟਰ ਦੀਵਾਨਾ, ਡਾਕਟਰ ਸੀਤਲ, ਡਾਕਟਰ ਸ਼ੇਰ ਸਿੰਘ, ਡਾਕਟਰ ਗੋਪਾਲ ਸਿੰਘ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਡਾਕਟਰ ਗੋਪਾਲ ਸਿੰਘ। ਆਪਸ਼ਨ ਸੱਸਾ। ਜੋ ਪੰਜਾਬੀ ਸਾਹਿਤਕਾਰ ਨੇ ਇਤਿਹਾਸਕਾਰ, ਜੋ ਪੰਜਾਬੀ ਦਾ ਸਾਹਿਤ ਦੀ ਜੋ ਇਤਿਹਾਸਕਾਰੀ ਹੈ ਇਸ ਸੁਹਿਰਦ ਨੂੰ ਆਲੋਚਨਾ ਤੱਕ ਪਹੁੰਚਾਉਂਦਾ ਹੈ ਡਾਕਟਰ ਗੋਪਾਲ ਸਿੰਘ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ ਪੰਜਾਬੀ ਸਾਹਿਤ ਦਾ ਆਰੰਭ ਹੋਇਆ ਸੀ ਕਦੋਂ ਹੋਇਆ ਸੀ। ਫਰੀਦ ਸਮੇਂ, ਨਾਥਾ ਜੋਗੀਆਂ ਦੇ ਸਮੇਂ, ਗੁਰੂ ਨਾਨਕ ਸਮੇਂ ਜਾਂ ਅਮੀਰ ਖੁਸਰੋ ਦੇ ਸਮੇਂ। ਤਾਂ ਪੰਜਾਬੀ ਸਾਹਿਤ ਦਾ ਜਿਹੜਾ ਆਰੰਭ ਹੈ ਨਾਥਾ ਜੋਗੀਆਂ ਦੇ ਸਮੇਂ ਹੋਇਆ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਇਹ ਇਹਦੇ ਨਾਲ ਐਡ ਨਹੀਂ ਹੈ, ਇਹ ਫੌਂਟ ਪ੍ਰੋਬਲਮ ਹੋ ਜਾਂਦੀ ਹੈ। ਸੋ ਨਾਥਾਂ ਜੋਗੀਆਂ ਦੇ ਸਮੇਂ ਪੰਜਾਬੀ ਜੋ ਸਾਹਿਤ ਸੀ ਤਾਂ ਇਸ ਦਾ ਆਰੰਭ ਹੈ ਜਿਹੜਾ ਹੋਇਆ ਸੀ। ਅਗਲਾ ਪ੍ਰਸ਼ਨ ਹੈ ਪੰਜਾਬੀ ਭਾਸ਼ਾ ਨੂੰ ਅਪਭ੍ਰੰਸ਼ ਤੋਂ ਲੋਕ ਭਾਸ਼ਾ ਤੱਕ ਲਿਆਂਦਾ ਕਿਸ ਨੇ ਲਿਆਂਦਾ ਸੀਗਾ। ਗੁਰੂ ਨਾਨਕ ਦੇਵ ਜੀ, ਬਾਬਾ ਫਰੀਦ, ਨਾਥਾਂ ਜੋਗੀਆਂ ਨੇ ਜਾਂ ਫਿਰ ਅਮੀਰ ਖੁਸਰੋ ਨੇ। ਤਾਂ ਇਹ ਲਿਆਂਦਾ ਸੀਗਾ ਜੀ ਆਪਸ਼ਨ ਈਡੀ ਨਾਥਾਂ ਜੋਗੀਆਂ ਨੇ ਪੰਜਾਬੀ ਲੈਂਗੁਏਜ ਨੂੰ ਅਪਭ੍ਰੰਸ਼ ਤੋਂ ਲੋਕ ਭਾਸ਼ਾ ਤੱਕ ਹੈ ਜਿਹੜਾ ਉਹ ਲਿਆਂਦਾ ਸੀ। ਅਗਲਾ ਪ੍ਰਸ਼ਨ ਹੈ ਪੂਰਵ ਨਾਨਕ ਕਾਲ ਕਿਹੜਾ ਹੈ ਜਾਂ ਕਿੰਨੇ ਸਮੇਂ ਦਾ ਹੈ। ਸ਼ਾਰਟ ਦੇ ਵਿੱਚ ਪਾਇਆ ਗਿਆ, ਇਸੇ ਤਰ੍ਹਾਂ ਹੀ ਤੁਹਾਨੂੰ ਐਗਜ਼ਾਮ ਦੇ ਵਿੱਚ ਪਾਇਆ ਜਾਏਗਾ। 1500 ਈਸਵੀ ਤੱਕ, ਨਾਥਾਂ ਦੇ ਸਮੇਂ, ਫਰੀਦ ਤੋਂ ਪਹਿਲਾਂ ਦੇ ਦੌਰਾਨ ਜਾਂ ਫਰੀਦ ਤੋਂ ਗੁਰੂ ਨਾਨਕ ਤੱਕ। ਤਾਂ ਤੁਹਾਨੂੰ ਇਹਦਾ ਆਨਸਰ ਬਿਲਕੁਲ ਪਤਾ ਹੋਏਗਾ। ਪੂਰਵ ਨਾਨਕ ਕਾਲ ਹੈ ਜਿਹੜਾ 1500 ਈਸਵੀ ਤੱਕ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਦੀ ਕਾਲ ਵੰਡ
ਇਸ ਪ੍ਰਕਾਰ ਕਿਸ ਨੇ ਕੀਤੀ ਸੀ ਕਿ ਮੁੱਢਲਾ ਕਾਲ, ਵਿਚਕਾਰਲਾ ਕਾਲ ਅਤੇ ਅੰਤਲਾ ਕਾਲ। ਸੋ ਇਹ 3 ਕਾਲ ਨੇ, ਪਹਿਲਾਂ ਮੁੱਢਲਾ ਆਉਂਦਾ ਹੈ, ਫਿਰ ਵਿਚਕਾਰਲਾ ਕਾਲ ਆਉਂਦਾ ਹੈ, ਫਿਰ ਅੰਤਲਾ। ਸੋ ਇਸ ਪ੍ਰਕਾਰ ਦੀ ਜੋ ਸਾਹਿਤ ਦੀ ਵੰਡ ਹੈ ਇਹ ਕਿਸ ਨੇ ਕੀਤੀ ਸੀ, ਉਸ ਵਿਅਕਤੀ ਦਾ ਨਾਮ ਦੱਸਣਾ ਹੈ। ਹੀਰਾ ਸਿੰਘ ਦਰਦ, ਬਨਾਰਸੀ ਦਾਸ, ਡਾਕਟਰ ਗੋਪਾਲ ਸਿੰਘ ਦਰਦੀ ਜਾਂ ਡਾਕਟਰ ਸੁਰਿੰਦਰ ਸਿੰਘ ਨਰੂਲਾ। ਤਾਂ ਇਹ ਕੀਤੀ ਸੀ ਜੀ ਹੀਰਾ ਸਿੰਘ ਦਰਦ ਨੇ। ਪੰਜਾਬੀ ਸਾਹਿਤ ਦੀ ਕਾਲ ਵੰਡ ਕੀਤੀ ਸੀ। ਕਿਹੜੇ ਕਿਹੜੇ ਕਾਲ ਸੀਗੇ? ਮੁੱਢਲਾ ਕਾਲ, ਫਿਰ ਵਿਚਕਾਰਲਾ ਕਾਲ, ਫਿਰ ਅੰਤਲਾ ਕਾਲ, ਯਾਨੀ ਕਿ ਅਖੀਰਲਾ ਕਾਲ। ਸੋ ਇਹ ਵੰਡ ਹੈ ਜਿਹੜੀ ਹੀਰਾ ਸਿੰਘ ਦਰਦ ਦੇ ਵੱਲੋਂ ਕੀਤੀ ਗਈ ਸੀ ਪੰਜਾਬੀ ਸਾਹਿਤ ਦੀ। ਅਗਲਾ ਪ੍ਰਸ਼ਨ ਹੈ ਨਾਨਕ ਕਾਲ ਦਾ ਸਮਾਂ ਦੱਸਣਾ ਹੈ। ਪੁੱਛਿਆ ਗਿਆ ਇਹਦੇ ਵਿੱਚ 100 ਸਾਲ, 200 ਸਾਲ, 250 ਸਾਲ ਜਾਂ ਫਿਰ 400 ਸਾਲ। ਤਾਂ ਨਾਨਕ ਕਾਲ ਦਾ ਸਮਾਂ ਜਿਹੜਾ ਉਹ 200 ਸਾਲ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਗੁਰਮਤਿ ਕਾਲ ਦੇ ਵਿੱਚ ਕਿੰਨੀਆਂ ਕਾਵਿ ਧਾਰਾਵਾਂ ਚੱਲਦੀਆਂ ਨੇ? 2, 3, 4 ਜਾਂ ਫਿਰ 5। ਤਾਂ ਗੁਰਮਤਿ ਕਾਲ ਹੈ ਤਾਂ ਇਸ ਦੇ ਵਿੱਚ ਜਿਹੜੀਆਂ ਕਾਵਿ ਧਾਰਾਵਾਂ ਨੇ ਸੋ 4 ਚੱਲਦੀਆਂ ਨੇ। ਕਿਹੜੀਆਂ ਕਿਹੜੀਆਂ ਨੇ? ਗੁਰਮਤਿ, ਸੂਫੀ, ਕਿੱਸਾ ਅਤੇ ਬੀਰ ਕਾਵਿ। ਸੋ ਇਹ 4 ਕਾਵਿ ਧਾਰਾਵਾਂ ਨੇ ਜਿਹੜੀਆਂ ਗੁਰਮਤਿ ਕਾਲ ਦੇ ਵਿੱਚ ਚੱਲਦੀਆਂ ਨੇ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਲੇਖਕ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਜੁੜੀ ਹੈ ਜਿਹੜੀ ਉਹ ਪੁਸਤਕ ਨਹੀਂ ਲਿਖੀ? ਈਸ਼ਰ ਸਿੰਘ ਤਾਂਗ, ਸੋ ਇਹਦੇ ਵਿੱਚ ਨਹੀਂ ਹੈ। ਈਸ਼ਰ ਸਿੰਘ ਤਾਨ, ਹੀਰਾ ਸਿੰਘ ਦਰਦ, ਮਨਸਾ ਸਿੰਘ ਦੁਖੀ ਜਾਂ ਫਿਰ ਹਰਚਰਨ ਸਿੰਘ। ਤਾਂ ਉਹ ਨੇ ਜੀ ਆਪਸ਼ਨ ਈਡੀ ਮਨਸਾ ਸਿੰਘ ਦੁਖੀ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਜੁੜੀ ਪੁਸਤਕ ਹੈ ਜਿਹੜੀ ਉਹ ਕੋਈ ਵੀ ਨਹੀਂ ਲਿਖੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਦੀ ਇਤਿਹਾਸਕ ਕਾਲ ਵੰਡ ਬਾਰੇ ਜ਼ਿਆਦਾ ਪ੍ਰਮਾਣਿਕ ਪੁਸਤਕ ਹੈ ਜਿਹੜੀ ਉਹ ਕਿਸ ਦੀ ਹੈ? ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਪਿਆਰਾ ਸਿੰਘ ਭੋਗਲ, ਗੋਪਾਲ ਸਿੰਘ ਦਰਦੀ ਜਾਂ ਫਿਰ ਡਾਕਟਰ ਮੋਹਨ ਸਿੰਘ ਦੀਵਾਨਾ। ਤਾਂ ਇਹ ਪੁਸਤਕ ਹੈ ਜੀ ਆਪਸ਼ਨ ਊੜਾ ਪਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਕਸੇਲ ਦੀ, ਜੋ ਪੰਜਾਬੀ ਸਾਹਿਤ ਦੀ ਇਤਿਹਾਸਕ ਕਾਲ ਵੰਡ ਬਾਰੇ ਜ਼ਿਆਦਾ ਪ੍ਰਮਾਣਿਕ ਪੁਸਤਕ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ 1800 ਤੋਂ 1850 ਤੱਕ ਦਾ ਸਾਹਿਤ ਇਸ ਪ੍ਰਕਾਰ ਦੀ ਕਾਲ ਵੰਡ ਕਿਸ ਕਿਸਮ ਦੇ ਅੰਤਰਗਤ ਆਉਂਦੀ ਹੈ? ਰਾਜਨੀਤਿਕ ਕਾਲ ਵੰਡ, ਕੈਲੰਡਰ ਤਿੱਥਾਂ ਅਨੁਸਾਰ, ਸਮਾਜਿਕ ਲਹਿਰਾਂ ਦੇ ਅਨੁਸਾਰ ਜਾਂ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਆਪਸ਼ਨ ਆੜਾ ਕੈਲੰਡਰ ਤਿੱਥਾਂ ਦੇ ਅਨੁਸਾਰ। 1800 ਤੋਂ 1850 ਤੱਕ ਦਾ ਜੋ ਸਾਹਿਤ ਹੈ ਤਾਂ ਇਸ ਪ੍ਰਕਾਰ ਦੀ ਜੋ ਕਾਲ ਵੰਡ ਹੈ ਉਹ ਕੈਲੰਡਰ ਤਿੱਥਾਂ ਦੇ ਅਨੁਸਾਰ ਆਉਂਦੀ ਹੈ, ਇਸ ਦੇ ਅੰਤਰਗਤ ਆਉਂਦੀ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਾਹਿਤਕ ਸ਼ਖਸੀਅਤ ਦੇ ਆਧਾਰ ਤੇ ਕੀਤੀ ਕਾਲ ਵੰਡ ਦਾ ਨਮੂਨਾ ਕਿਹੜਾ ਹੈ? ਸੋ ਇਹਦਾ ਰਾਈਟ ਆਨਸਰ ਆਏਗਾ ਆਪਸ਼ਨ ਈਡੀ ਗੁਰੂ ਨਾਨਕ ਕਾਲ, ਜਿਸ ਦੌਰਾਨ ਹੈ ਜੋ ਸਾਹਿਤਕ ਸ਼ਖਸੀਅਤ ਦੇ ਆਧਾਰ ਤੇ ਜੋ ਕੀਤੀ ਕਾਲ ਵੰਡ ਹੈ। ਅਗਲਾ ਪ੍ਰਸ਼ਨ ਹੈ ਰਾਜਨੀਤਿਕ ਤਿੱਥਾਂ ਤੇ ਆਧਾਰਿਤ ਕਾਲ ਵੰਡ ਦਾ ਨਮੂਨਾ ਕਿਹੜਾ ਹੈ? ਪੂਰਵ ਨਾਨਕ ਕਾਲ, ਆਧੁਨਿਕ ਕਾਲ, 1947 ਤੋਂ ਪਹਿਲਾਂ ਦਾ ਸਾਹਿਤ ਜਾਂ ਅੰਗਰੇਜ਼ੀ ਕਾਲ। ਤਾਂ ਇਹ ਹੈ ਜੀ ਆਪਸ਼ਨ ਸੱਸਾ ਅੰਗਰੇਜ਼ੀ ਕਾਲ। ਰਾਜਨੀਤਿਕ ਤਿੱਥਾਂ ਦੇ ਆਧਾਰ ਤੇ ਕਾਲ ਵੰਡ ਹੈ ਜਿਹੜੀ ਉਹ ਅੰਗਰੇਜ਼ੀ ਕਾਲ ਹੈ, ਅਤੇ ਜੋ ਸਾਹਿਤਕ ਸ਼ਖਸੀਅਤ ਦੇ ਆਧਾਰ ਤੇ ਕਾਲ ਵੰਡ ਹੈ ਤਾਂ ਉਹ ਗੁਰੂ ਨਾਨਕ ਕਾਲ ਹੈ। ਸੋ ਦੋਨੋਂ ਕੁਐਸਚਨ ਤੁਸੀਂ ਧਿਆਨ ਨਾਲ ਯਾਦ ਰੱਖਣੇ ਹੈ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਵਿੱਚ ਮਹਾਰਾਜਾ ਰਣਜੀਤ ਕਾਲ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ, ਕਿਹੜੇ ਸਮੇਂ ਦੌਰਾਨ ਮੰਨਿਆ ਜਾਂਦਾ ਹੈ? ਤਾਂ ਇਹ ਮੰਨਿਆ ਜਾਂਦਾ ਹੈ ਜੀ 1800 ਤੋਂ ਲੈ ਕੇ 1860 ਈਸਵੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ
ਮੁਗਲ ਰਾਜ ਦੀ ਅਧੋਗਤੀ ਦਾ ਸਮਾਂ ਕਿਹੜਾ ਸੀ? ਕਿਹੜਾ ਈਅਰ ਸੀਗਾ, ਕਿੰਨੀ ਤੋਂ ਕਿੰਨੇ ਤੱਕ ਸੀ? ਤਾਂ ਇਹ ਸੀਗਾ 1708 ਤੋਂ 1805 ਈਸਵੀ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਦਾ ਸੁਨਹਿਰੀ ਸਮਾਂ ਕਿਹੜਾ ਹੈ? ਤਾਂ ਇਹ ਹੈ ਜੀ ਆਪਸ਼ਨ ਆੜਾ ਗੁਰੂ ਨਾਨਕ ਕਾਲ, ਜੋ ਪੰਜਾਬੀ ਸਾਹਿਤ ਦਾ ਸੁਨਹਿਰੀ ਸਮਾਂ ਜਿਹੜਾ ਮੰਨਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਦੇ ਵਿੱਚ ਆਧੁਨਿਕ ਕਾਲ ਦਾ ਆਗਾਜ਼ ਕਦੋਂ ਹੁੰਦਾ ਹੈ? ਕਿਹੜੇ ਈਅਰ ਦੇ ਵਿੱਚ ਹੁੰਦਾ ਹੈ? ਤਾਂ ਇਹ ਹੁੰਦਾ ਹੈ ਜੀ ਆਪਸ਼ਨ ਆੜਾ 1860 ਤੋਂ ਬਾਅਦ। ਪੰਜਾਬੀ ਸਾਹਿਤ ਦੇ ਵਿੱਚ ਆਧੁਨਿਕ ਕਾਲ ਦਾ ਆਗਾਜ਼ ਹੁੰਦਾ, ਯਾਨੀ ਕਿ ਸ਼ੁਰੂਆਤ ਹੁੰਦੀ ਹੈ। ਅਗਲਾ ਪ੍ਰਸ਼ਨ ਹੈ ਸੂਫੀ ਕਾਵਿ, ਵੀਰ ਕਾਵਿ ਆਦਿ ਵਰਗ ਵੰਡ ਕਿਸ ਪ੍ਰਕਾਰ ਦੀ ਸਾਹਿਤ ਇਤਿਹਾਸਕਾਰੀ ਦੀ ਵੰਨਗੀ ਹੈ? ਤਾਂ ਇਹ ਹੈ ਜੀ ਆਪਸ਼ਨ ਆੜਾ ਸਾਹਿਤਿਕ ਧਾਰਾ ਦੇ ਆਧਾਰ ਵਾਲੀ। ਅਗਲਾ ਪ੍ਰਸ਼ਨ ਹੈ ਆਮਲਾ ਉੱਪਰ ਹੋਣੇ ਨਵੇੜੇ, ਕਿਆ ਸੂਫੀ ਕਿਆ ਭੰਗੀ, ਇਹ ਸਤਰਾਂ ਕਿਸ ਕਾਲ ਦੀਆਂ ਨੇ? ਸੋ ਇਸ ਤਰ੍ਹਾਂ ਦੇ ਅਕਸਰ ਕੁਐਸਚਨ ਐਗਜ਼ਾਮ ਦੇ ਵਿੱਚ ਪਾਏ ਜਾਂਦੇ ਨੇ। ਤਾਂ ਇਹ ਨੇ ਜੀ ਨਾਨਕ ਕਾਲ ਦੀਆਂ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਉਹ ਕਿਹੜਾ ਕਿੱਸਾਕਾਰ ਹੈ ਜਿਹੜਾ ਗੁਰੂ ਨਾਨਕ ਕਾਲ ਦਾ ਨਹੀਂ ਹੈ? ਦਮੋਦਰ ਅਹਿਮਦ, ਪੀਲੂ ਅਹਿਮਦ ਜਾਰ। ਤਾਂ ਉਹ ਕਿੱਸਾਕਾਰ ਹੈ ਜੀ ਅਹਿਮਦ ਜਾਰ, ਆਪਸ਼ਨ ਸੱਸਾ, ਜੋ ਗੁਰੂ ਨਾਨਕ ਦੇ ਸਮੇਂ ਦਾ ਜਾਂ ਕਾਲ ਦਾ ਨਹੀਂ ਹੈ। ਅਗਲਾ ਪ੍ਰਸ਼ਨ ਹੈ ਕਿਸ ਕਾਲ ਨੂੰ ਵਾਰਤਕ ਪ੍ਰਧਾਨ ਕਾਲ ਕਹਿ ਸਕਦੇ ਹਾਂ ਜਾਂ ਕਿਹਾ ਜਾਂਦਾ ਹੈ? ਆਧੁਨਿਕ ਕਾਲ, ਗੁਰੂ ਨਾਨਕ ਕਾਲ, ਪੂਰਵ ਨਾਨਕ ਕਾਲ ਜਾਂ ਮੁਗਲ ਕਾਲ ਦੀ ਅਧੋਗਤੀ ਦੇ ਸਮੇਂ। ਤਾਂ ਉਹ ਕਾਲ ਹੈ ਜੀ ਜਿਹਨੂੰ ਵਾਰਤਕ ਪ੍ਰਧਾਨ ਕਾਲ ਕਹਿ ਸਕਦੇ ਹਾਂ, ਆਪਸ਼ਨ ਊੜਾ ਆਧੁਨਿਕ ਕਾਲ ਨੂੰ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਦੇ ਇਤਿਹਾਸ ਰਚਨ ਲਈ ਮੁੱਢਲੀ ਸਮੱਗਰੀ ਇਕੱਤਰ ਕਰਨ ਦਾ ਪਹਿਲਾ ਯਤਨ ਕਿਹੜੀ ਪੁਸਤਕ ਹੈ? ਨੀਚੇ ਪੁਸਤਕਾਂ ਦੇ ਨਾਮ ਦਿੱਤੇ ਗਏ ਨੇ। ਤਾਂ ਉਹ ਪੁਸਤਕ ਹੈ ਜੀ ਲੀਜੈਂਡਸ ਆਫ ਪੰਜਾਬ, ਜੋ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਰਚਣ ਲਈ ਅਤੇ ਮੁੱਢਲੀ ਸਮੱਗਰੀ ਹੈ ਜਿਹੜੀ ਉਹ ਇਕੱਠੀ ਕਰਨ ਦਾ ਪਹਿਲਾ ਯਤਨ ਬਣੀ ਸੀ ਇਹ ਪੁਸਤਕ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਵਿਦੇਸ਼ੀ ਲੇਖਕ ਲੇਖਿਕਾ ਨੇ 1971 'ਚ ਪੰਜਾਬੀ ਸਾਹਿਤ ਪੁਸਤਕ ਹੈ ਜਿਹੜੀ ਉਹ ਲਿਖੀ ਸੀ? ਤਾਂ ਉਹ ਸੀਗੇ ਜੀ ਆਈ ਸੇਰੇਬਰੀਆ ਕੋਬ, ਆਪਸ਼ਨ ਈਡੀ। ਸੋ ਇਹ ਵਿਦੇਸ਼ੀ ਲੇਖਕ ਸੀਗੇ, ਲੇਖਿਕਾ ਸੀ ਜਿਨ੍ਹਾਂ ਨੇ 1971 ਦੇ ਵਿੱਚ ਪੰਜਾਬੀ ਸਾਹਿਤ ਹੈ ਜਿਹੜੀ ਪੁਸਤਕ ਲਿਖੀ ਸੀ। ਸੋ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ, ਇਹ ਪੁੱਛਿਆ ਜਾ ਸਕਦਾ ਹੈ ਕਿਉਂਕਿ ਪੁਸਤਕਾਂ ਦੇ ਆਧਾਰ 'ਤੇ ਆਪਾਂ ਐਗਜ਼ਾਮ ਦੇ ਵਿੱਚ ਅਕਸਰ ਕੁਐਸਚਨ ਹੈ ਜਿਹੜੇ ਉਹ ਪੜ੍ਹਦੇ ਹਾਂ, ਆਉਂਦੇ ਹੀ ਆਉਂਦੇ ਨੇ। ਅਗਲਾ ਪ੍ਰਸ਼ਨ ਹੈ ਸਾਹਿਤ ਦੀ ਕਾਲ ਵੰਡ ਦਾ ਕਿਹੜਾ ਆਧਾਰ ਵਧੇਰੇ ਸਹੀ ਹੈ? ਪ੍ਰਮੁੱਖ ਲੇਖਕ, ਪ੍ਰਮੁੱਖ ਰਚਨਾ, ਧਰਮ ਜਾਂ ਫਿਰ ਸਾਹਿਤਿਕ ਪ੍ਰਵਿਰਤੀ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਸਾਹਿਤਿਕ ਪ੍ਰਵਿਰਤੀ, ਜੋ ਸਾਹਿਤ ਦੀ ਕਾਲ ਵੰਡ ਦਾ ਆਧਾਰ ਹੈ ਜਿਹੜਾ ਵਧੇਰੇ ਸਹੀ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਹੱਥ ਲਿਖਤਾਂ ਦੇ ਵਿੱਚ ਸਾਹਿਤ ਇਤਿਹਾਸ ਲਈ ਵਧੇਰੇ ਜੋ ਪ੍ਰਮਾਣਿਕ ਹੈ ਯਾਨੀ ਕਿ ਮੰਨੀ ਜਾਣ ਵਾਲੀ ਕਿਰਤ ਕਿਹੜੀ ਹੈ? ਰਚਨਾ ਦਾ ਉਤਾਰਾ, ਲੇਖਕ ਦੀ ਨਿੱਜੀ ਲਿਖਤ, ਰਚਨਾ ਦਾ ਅਨੁਵਾਦ ਜਾਂ ਫਿਰ ਮਿਤੀਹੀਨ ਰਚਨਾ। ਤਾਂ ਉਹ ਹੈ ਜੀ ਲੇਖਕ ਦੀ ਨਿੱਜੀ ਲਿਖਤ, ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਦੀ ਕਾਲ ਵੰਡ ਮੁਗਲ ਰਾਜ ਤੋਂ ਪਹਿਲਾਂ ਦਾ ਸਮਾਂ ਸੀ ਜਿਹੜਾ 700 ਤੋਂ 1520, ਮੁਗਲ ਕਾਲ 1520 ਤੋਂ 1708, ਮੁਗਲ ਰਾਜ ਦੀ ਅਧੋਗਤੀ 1708 ਤੋਂ 1800 ਈਸਵੀ, ਸਿੱਖ ਰਾਜ ਦਾ ਸਮਾਂ 1800 ਤੋਂ 1860, ਅੰਗਰੇਜ਼ੀ ਰਾਜ ਦਾ ਸਮਾਂ 1860 ਤੋਂ 1947 ਦੇ ਰੂਪ ਵਿੱਚ ਕਿਸ ਨੇ ਕੀਤੀ ਹੈ?
ਸੋ ਇਹ ਜੋ ਕਾਲ ਵੰਡ ਦਿੱਤੀ ਗਈ ਹੈ, ਤਰੀਕਾਂ ਦਿੱਤੀ ਗਈਆਂ ਨੇ, ਇਹ ਵੰਡ ਕਰਨ ਵਾਲੇ ਕੌਣ ਨੇ, ਉਹਨਾਂ ਦਾ ਨਾਮ ਦੱਸਣਾ ਹੈ। ਤਾਂ ਉਹਨਾਂ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ। ਸੋ ਇਹਨਾਂ ਨੇ ਇਹ ਸਾਰੀ ਵੰਡ ਹੈ ਜਿਹੜੀ ਪੰਜਾਬੀ ਸਾਹਿਤ ਦੀ ਕਾਲ ਵੰਡ ਕੀਤੀ ਹੈ, ਜਿਹਦੇ ਵਿੱਚ ਮੁਗਲ ਰਾਜ ਦੀ ਅਧੋਕਤਰੀ, ਅੰਗਰੇਜ਼ੀ ਰਾਜ ਦਾ ਸਮਾਂ, ਸਾਰੀ ਇਹ ਜਿਹੜੀ ਕਾਲ ਵੰਡ ਹੈ ਜਿਹੜੀ ਤੁਹਾਨੂੰ ਕੁਐਸਚਨ ਦੇ ਵਿੱਚ ਇਹ ਸਾਰੀ ਕਾਲ ਵੰਡ ਕਰਨ ਵਾਲੇ ਨੇ ਜਿਹੜੇ ਉਹ ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ ਨੇ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਨੇ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਾਕੀ ਜਲਦੀ ਜਿਹੜੀ ਹੈ ਹਿਸਟਰੀ ਸਬਜੈਕਟ ਦੀ ਵੀ ਕਲਾਸ ਹੈ ਜਿਹੜੀ ਉਹ ਸਟਾਰਟ ਕਰਾਂਗੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।